ਵੈਰੀ ਗੁੱਡ ਆਫਟਰਨੂਨ ਸਟੂਡੈਂਟਸ। ਬੱਚੋ ਤੁਸੀਂ ਠੀਕ ਹੋ? ਵੈਰੀ ਗੁੱਡ। ਬੱਚੋ ਅੱਜ ਤੋਂ ਸਾਡਾ ਸੈਕਿੰਡ ਟਰਮ ਦਾ ਸਿਲੇਬਸ ਸ਼ੁਰੂ ਹੋ ਰਿਹਾ ਹੈ। ਅੱਜ ਅਸੀਂ ਪਾਠ 16 ਦਿਆਲੂ ਰਾਜਾ ਕਰਾਂਗੇ। ਤੁਸੀਂ ਸਾਰੇ ਬੱਚੇ ਆਪਣੀ ਪੰਜਾਬੀ ਪਾਠ ਪੁਸਤਕ ਦਾ ਪੇਜ ਨੰਬਰ 89 ਨਿਕਾਲ ਲਓ। ਆਪਣੀ ਪੈਨਸਲ ਵੀ ਲੈ ਲਓ ਤੁਸੀਂ ਸਾਰੇ ਬੱਚੋ। ਅੱਜ ਤੋਂ ਜਿਹੜਾ ਸਾਡਾ ਸੈਕਿੰਡ ਟਰਮ ਦਾ ਸਿਲੇਬਸ ਸ਼ੁਰੂ ਹੋ ਰਿਹਾ ਹੈ, ਤੁਸੀਂ ਸਾਰੇ ਬੱਚਿਆਂ ਨੇ ਨਾਲ ਆਪਣੀ ਨੋਟਬੁੱਕ ਵਿੱਚ ਲਿਖਣਾ ਹੈ। ਤੁਹਾਨੂੰ ਕੋਈ ਵੀ ਹੋਮਵਰਕ ਜਿਹੜਾ ਦਿੱਤਾ ਜਾਂਦਾ ਹੈ, ਚਾਹੇ ਉਹ ਰੀਡਿੰਗ ਦਾ ਹੈ, ਚਾਹੇ ਉਹ ਲਿਖਣ ਦਾ ਹੈ, ਚਾਹੇ ਉਹ ਯਾਦ ਕਰਨ ਦਾ ਹੈ, ਤੁਸੀਂ ਸਾਰੇ ਬੱਚਿਆਂ ਨੇ ਹਰ ਰੋਜ਼ ਆਪਣਾ ਹੋਮਵਰਕ ਨਾਲ ਕਰਨਾ ਹੈ। ਠੀਕ ਹੈ ਬੱਚੋ। ਅੱਜ ਅਸੀਂ ਕਰਾਂਗੇ ਬੱਚੋ ਪਾਠ 16 ਦਿਆਲੂ ਰਾਜਾ। ਚੰਗਾ ਰਾਜਾ ਬੱਚੋ ਉਹੀ ਹੁੰਦਾ ਹੈ ਜਿਹੜਾ ਆਪਣੀ ਪ੍ਰਜਾ ਦੇ ਪ੍ਰਤੀ ਦਿਆਲੂ ਹੁੰਦਾ ਹੈ, ਜਿਸ ਦੇ ਮਨ ਵਿੱਚ ਆਪਣੀ ਪ੍ਰਜਾ ਦੇ ਲਈ ਪਿਆਰ, ਮਮਤਾ ਅਤੇ ਪ੍ਰਜਾ ਦੀ ਦੇਖਭਾਲ ਕਰਨ ਲਈ ਜਿਹੜਾ ਰਾਜਾ ਹਰ ਸਮੇਂ ਤਿਆਰ ਰਹਿੰਦਾ ਹੈ, ਸੱਚੇ ਅਰਥਾਂ ਵਿੱਚ ਉਹੀ ਇੱਕ ਚੰਗਾ ਰਾਜਾ ਹੁੰਦਾ ਹੈ। ਪੰਜਾਬ ਦੀ ਭੂਮੀ ਵਿੱਚ ਜਾਂ ਭਾਰਤ ਦੇਸ਼ ਦੀ ਭੂਮੀ 'ਤੇ ਧਰਤੀ 'ਤੇ ਕਈ ਇਹੋ ਜਿਹੇ ਮਹਾਨ ਰਾਜਾ ਹੋਏ ਹਨ ਜਿਨ੍ਹਾਂ ਨੇ ਆਪਣਾ ਸਾਰਾ ਜੀਵਨ ਪ੍ਰਜਾ ਦੀ ਭਲਾਈ ਲਈ ਲਗਾ ਦਿੱਤਾ ਸੀ। ਉਹਨਾਂ ਵਿੱਚੋਂ ਬੱਚੋ ਇੱਕ ਰਾਜਾ ਹੈ ਮਹਾਰਾਜਾ ਰਣਜੀਤ ਸਿੰਘ। ਮਹਾਰਾਜਾ ਰਣਜੀਤ ਸਿੰਘ ਪੰਜਾਬ ਦੇ ਪੰਜਾਬੀਆਂ ਦੇ ਅਸਲੀ ਰਾਜਾ ਹਨ। ਪੰਜਾਬ ਦੇ ਇੱਕ ਰਾਜਾ ਹਨ ਮਹਾਰਾਜਾ ਰਣਜੀਤ ਸਿੰਘ। ਮਹਾਰਾਜਾ ਰਣਜੀਤ ਸਿੰਘ ਬੜੇ ਹੀ ਦਿਆਲੂ, ਬੜੇ ਹੀ ਮਹਾਨ ਅਤੇ ਇੱਕ ਮਹਾਨ ਯੋਧਾ ਸਨ। ਉਹਨਾਂ ਦੀ ਪ੍ਰਜਾ ਵਿੱਚ ਕੋਈ ਵੀ ਮਨੁੱਖ ਦੁਖੀ ਨਹੀਂ ਸੀ। ਉਹ ਆਪਣੀ ਪ੍ਰਜਾ ਦੇ ਕੰਮ ਦੇ ਲਈ ਹਮੇਸ਼ਾ ਤਿਆਰ ਰਹਿੰਦੇ ਹਨ। ਅਤੇ ਇਸ ਪਾਠ ਵਿੱਚ ਲੇਖਕ ਨੇ ਮਹਾਰਾਜਾ ਰਣਜੀਤ ਸਿੰਘ ਦੇ ਦਿਆਲੂ ਹੋਣ ਬਾਰੇ ਦੱਸਿਆ ਹੈ। ਮਹਾਰਾਜਾ ਰਣਜੀਤ ਸਿੰਘ ਦਾ ਰਾਜ ਅਸਲੀ ਪੰਜਾਬੀਆਂ ਦਾ ਰਾਜ ਸੀ। ਉਹਨਾਂ ਬਾਰੇ ਬਹੁਤ ਸਾਰੀ ਕਹਾਣੀਆਂ ਪ੍ਰਚਲਿਤ ਹਨ, ਜਿਨ੍ਹਾਂ ਤੋਂ ਉਹਨਾਂ ਦਾ ਉਦਾਰ ਦਿਲੀ ਬਾਰੇ ਪਤਾ ਚੱਲਦਾ ਹੈ। ਉਦਾਰ ਦਿਲੀ ਉਹਨਾਂ ਦੇ ਮਨ ਵਿੱਚ ਬੜਾ ਦਇਆ ਸੀ, ਬੜੀ ਮਮਤਾ ਸੀ। ਉਹ ਦੂਜਿਆਂ ਦੀ ਭਲਾਈ ਦੇ ਲਈ ਹਮੇਸ਼ਾ ਤਿਆਰ ਰਹਿੰਦੇ ਸਨ। ਇੱਕ ਮਾਈ ਇਸ ਕਵਿਤਾ ਵਿੱਚ ਜਿਹੜੀ ਕਹਾਣੀ ਹੈ, ਜਿਹੜੀ ਸਟੋਰੀ ਹੈ, ਉਸ ਬਾਰੇ ਦੱਸਿਆ ਗਿਆ ਹੈ ਕਿ ਇੱਕ ਬੁੱਢੀ ਮਾਈ ਜੋ ਆਪਣੇ ਪੋਤੇ ਪੋਤੀਆਂ ਨਾਲ ਬੇਰੀ ਦੇ ਬੇਰ ਤੋੜ ਰਹੀ ਸੀ। ਉਹ ਬੇਰੀ ਦਾ ਬੇਰ ਤੋੜਦੀ ਹੈ ਅਤੇ ਇੱਕ ਪੱਥਰ ਮਾਰਦੀ ਹੈ ਬੇਰ ਤੋੜਨ ਲਈ, ਪਰ ਉਹ ਜਿਹੜਾ ਪੱਥਰ ਹੁੰਦਾ ਹੈ ਉਹ ਮਹਾਰਾਜਾ ਰਣਜੀਤ ਸਿੰਘ ਨੂੰ ਲੱਗਦਾ ਹੈ। ਮਹਾਰਾਜ ਇਹ ਸੋਚ ਕੇ ਉਸਨੂੰ ਇਨਾਮ ਦਿੰਦੇ ਹਨ ਕਿ ਜਿਹੜੀ ਬੇਰੀ ਹੈ ਉਹ ਉਸਨੂੰ ਪੱਥਰ ਮਾਰ ਰਹੀ ਹੈ ਅਤੇ ਉਹ ਉਸਨੂੰ ਬੇਰ ਦੇ ਰਹੀ ਹੈ, ਕਿਉਂ ਨਾ ਮੈਂ ਵੀ ਉਸਨੂੰ ਪੱਥਰ ਖਾ ਕੇ ਇਨਾਮ ਦੇਵਾਂ। ਦੇਖੋ ਰਾਜਾ ਦੀ ਉਦਾਰ ਦਿਲੀ, ਰਾਜਾ ਕਿੰਨਾ ਦਿਆਲੂ ਹੈ। ਅਸੀਂ ਇਸ ਕਵਿਤਾ ਵਿੱਚ ਇਹ ਪੜ੍ਹਾਂਗੇ। ਪੰਜ ਦਰਿਆ ਦੀ ਧਰਤ ਦਾ ਮਹਾਰਾਜਾ ਸੀ ਜੋ। ਪੰਜ ਦਰਿਆ ਦੀ ਧਰਤ ਦਾ ਬੱਚੋ, ਪੰਜ ਦਰਿਆ ਵਾਲਾ ਦੇਸ਼ ਕਿਹੜਾ ਪ੍ਰਾਂਤ ਹੈ? ਪੰਜ ਦਰਿਆ ਵਾਲਾ ਦੇਸ਼ ਕਿਹੜਾ ਪ੍ਰਾਂਤ ਹੈ? ਸਮਝਦੇ ਹੋ ਤੁਸੀਂ? ਪੰਜਾਬ। ਪੰਜਾਬ ਨੂੰ ਪੰਜ ਦਰਿਆਵਾਂ ਦਾ ਦੇਸ਼ ਕਿਹਾ ਜਾਂਦਾ ਹੈ। ਪੰਜ ਦਰਿਆ ਕਿਹੜੇ ਹਨ? ਸਤਲੁਜ, ਰਾਵੀ, ਬਿਆਸ, ਜੇਹਲਮ ਔਰ ਚੇਨਾਬ। ਕਿਹੜੇ ਹਨ ਬੱਚੋ? ਰਾਵੀ, ਬਿਆਸ, ਸਤਲੁਜ, ਜੇਹਲਮ ਔਰ ਚੇਨਾਬ। ਇਹ ਪੰਜ ਦਰਿਆ ਜਿਹੜੇ ਹਨ, ਇਹ ਪੰਜ ਦਰਿਆ ਦਾ ਪ੍ਰਦੇਸ਼ ਪੰਜਾਬ ਨੂੰ ਕਿਹਾ ਜਾਂਦਾ ਹੈ। ਪੰਜ ਦਰਿਆ ਦੀ ਧਰਤ ਦਾ ਮਹਾਰਾਜ ਸੀ ਜੋ। ਪੰਜ ਦਰਿਆ ਦੀ ਪ੍ਰਦੇਸ਼ ਵਾਲਾ ਜਿਹੜਾ ਪੰਜਾਬ ਪ੍ਰਦੇਸ਼ ਸੀ, ਉਸ ਦਾ ਜਿਹੜਾ ਮਹਾਰਾਜਾ ਸੀ
ਨਾ ਜਿਸ ਦਾ ਰਣਜੀਤ ਸਿੰਘ ਸਭ ਦਾ ਮਹਿਰਸ ਸੀ। ਉਸ ਰਾਜੇ ਦਾ ਕੀ ਨਾਮ ਸੀ? ਮਹਾਰਾਜੇ ਦਾ ਮਹਾਰਾਜਾ ਰਣਜੀਤ ਸਿੰਘ। ਸਭ ਦਾ ਮਹਿਰਮ ਕੀ ਹੁੰਦਾ? ਸਭ ਦੇ ਦਿਲਾਂ ਵਿੱਚ ਵਸਣ ਵਾਲਾ। ਸਾਰੇ ਲੋਕ ਉਸ ਨੂੰ ਪਿਆਰ ਕਰਦੇ ਹਨ। ਮਹਿਰਸ ਕੀ ਹੁੰਦਾ ਬੱਚੋ? ਸਭ ਦੇ ਦਿਲਾਂ ਵਿੱਚ ਵਸਣ ਵਾਲਾ। ਇੱਕ ਵਾਰੀ ਉਹ ਜਾ ਰਿਹਾ ਇੱਕ ਨਗਰ ਵਿਚਕਾਰ। ਇੱਕ ਵਾਰੀ ਮਹਾਰਾਜਾ ਰਣਜੀਤ ਸਿੰਘ ਜਿਹੜੇ ਕਿ ਪੰਜਾਬ ਦੇ ਮਹਾਰਾਜਾ ਸਨ, ਇੱਕ ਨਗਰ ਵਿਚਕਾਰ ਜਾ ਰਹੇ ਸਨ ਜਿਸ ਦਾ ਉਸ ਨੂੰ ਲੋਕ ਸਨ ਕਰਦੇ ਬਹੁਤ ਪਿਆਰ। ਉਸ ਜਗ੍ਹਾ ਦੇ ਜਿਹੜੇ ਲੋਕ ਹਨ ਉਹ ਮਹਾਰਾਜਾ ਰਣਜੀਤ ਸਿੰਘ ਨੂੰ ਬੜੇ ਪਿਆਰ ਕਰਦੇ ਹਨ। ਇੱਕ ਪੱਥਰ ਆ ਡਿੱਗਿਆ ਉਸ ਥਾਂ ਉੱਤੇ ਆ। ਇੱਕ ਪੱਥਰ ਆ ਡਿੱਗਿਆ ਉਸ ਥਾਂ ਉੱਤੇ ਆ। ਮਹਾਰਾਜੇ ਦੀ ਜਿਸ ਥਾਂ ਉੱਤੇ ਸਵਾਰੀ ਰਹੀ ਸੀ ਜਾ। ਇੱਕ ਪੱਥਰ ਆ ਡਿੱਗਿਆ। ਇੱਕ ਪੱਥਰ ਉਸ ਜਗ੍ਹਾ 'ਤੇ ਆ ਕੇ ਡਿੱਗਿਆ ਜਿਸ ਜਗ੍ਹਾ ਤੋਂ ਮਹਾਰਾਜਾ ਰਣਜੀਤ ਸਿੰਘ ਦੀ ਸਵਾਰੀ ਜਾ ਰਹੀ ਸੀ। ਕਿਉਂ ਤੇ ਕਿਸਨੇ ਕਿਸ ਲਈ ਕਿਸਦੀ ਇਹ ਮਜ਼ਾਲ? ਸੈਨਾਪਤੀ ਸੀ ਪੁੱਛਦਾ ਸਭ ਨੂੰ ਗੁੱਸੇ ਨਾਲ। ਜਿਸ ਜਗ੍ਹਾ ਤੋਂ ਬੱਚੋ ਮਹਾਰਾਜਾ ਰਣਜੀਤ ਸਿੰਘ ਦੀ ਸਵਾਰੀ ਜਾ ਰਹੀ ਸੀ ਉਸ ਥਾਂ 'ਤੇ ਇੱਕ ਪੱਥਰ ਆ ਕੇ ਡਿੱਗਿਆ ਤੇ ਜਿਹੜਾ ਸੈਨਾਪਤੀ ਸੀ ਉਸਨੇ ਬੜੇ ਗੁੱਸੇ ਨਾਲ ਪ੍ਰਜਾ ਨੂੰ ਪੁੱਛਿਆ, ਇਹ ਪੱਥਰ ਕਿਸ ਨੇ ਫੈਂਕਿਆ ਹੈ? ਇਹ ਪੱਥਰ ਕਿਸ ਨੇ ਸੁੱਟਿਆ ਹੈ ਤੇ ਕਿਸ ਲਈ ਸੁੱਟਿਆ ਹੈ? ਤੇ ਇਹ ਮਜਾਲ ਕੀ ਹੁੰਦੀ ਹੈ? ਜੁਰਤ ਜਾਂ ਹਿੰਮਤ। ਇਹ ਕਿਸ ਦੀ ਹਿੰਮਤ ਹੈ ਜਿਸ ਨੇ ਇਹ ਪੱਥਰ ਸੁੱਟਿਆ ਹੈ? ਸੈਨਾਪਤੀ ਬੜੇ ਗੁੱਸੇ ਨਾਲ ਪ੍ਰਜਾ ਨੂੰ ਪੁੱਛਦਾ ਹੈ ਕਿ ਇਹ ਪੱਥਰ ਕਿਸ ਦੀ ਮਜਾਲ ਹੈ, ਕਿਸ ਦੀ ਹਿੰਮਤ ਹੈ ਜਿਸ ਨੇ ਇਹ ਪੱਥਰ ਇੱਧਰ ਮਾਰਿਆ ਹੈ। ਮਹਾਰਾਜੇ ਪਰ ਆਖਿਆ ਧੀਰਜ ਥੋੜਾ ਰੱਖ। ਪਰ ਮਹਾਰਾਜੇ ਨੇ ਸੈਨਾਪਤੀ ਨੂੰ ਕੀ ਕਿਹਾ? ਹੌਸਲਾ ਰੱਖ, ਥੋੜਾ ਹੌਸਲਾ ਰੱਖ, ਘਬਰਾ ਨਾ। ਸੈਨਾਪਤੀ ਨੇ ਕਿਹਾ ਕਿ ਗੁੱਸਾ ਨਾ ਕਰ, ਥੋੜਾ ਧੀਰਜ ਰੱਖ। ਨਾ ਐਵੇਂ ਵੀ ਵਿਗੜ ਤੂੰ, ਨਾ ਵਿਗਾੜਿਆ ਕੱਖ। ਉਸਨੇ ਸੈਨਾਪਤੀ ਨੇ ਕੀ ਕਿਹਾ? ਨਾ ਐਵੇਂ ਹੀ ਵਿਗੜ ਤੂੰ ਐਵੇਂ ਗੁੱਸਾ ਨਾ ਕਰ ਤੇ ਇਸ ਪੱਥਰ ਨੇ ਕੁਝ ਵੀ ਨਹੀਂ ਵਿਗਾੜਿਆ ਹੈ। ਰਾਜਾ ਸੈਨਾਪਤੀ ਨੂੰ ਕੀ ਆਖਦਾ ਹੈ ਕਿ ਤੂੰ ਨਾ ਤੇ ਇਸ ਪ੍ਰਕਾਰ ਗੁੱਸਾ ਕਰ ਤੇ ਨਾ ਹੀ ਇਸ ਪੱਥਰ ਨੇ ਕੁਝ ਵਿਗਾੜਿਆ ਹੈ। ਪੱਤਰ ਫੁੱਲ ਨੇ ਬਰਸਤੇ, ਕਰਬਾ ਸੰਦਰਾ ਖੇਤ, ਖੋਜਣ ਤੇ ਲੱਭ ਪਵੇਗਾ ਜੋ ਇਸ ਪਿੱਛੇ ਭੇਦ। ਪੱਤਰ ਫੁੱਲ ਨੇ ਬਰਸਦੇ। ਰਾਜਾ ਕੀ ਆਖਦਾ ਹੈ? ਜਿਹੜੇ ਪੱਥਰ ਹਨ ਇਹ ਵੀ ਫੁੱਲ ਬਰਸਦੇ ਹਨ। ਕਰਮਾ ਸੰਦੜਾ ਖੇਤ, ਇਹ ਸਭ ਕੀ ਹੈ? ਕਰਮਾਂ ਦਾ ਖੇਡ ਹੈ। ਮਨੁੱਖ ਦੇ ਜੀਵਨ ਵਿੱਚ ਕਦੇ ਸੁੱਖ ਹੈ, ਕਦੇ ਦੁੱਖ ਹੈ, ਕਦੀ ਅੱਛਾਈ ਹੈ, ਕਦੀ ਬੁਰਾਈ ਹੈ। ਇਹ ਬੱਚੋ ਸਭ ਕਿਸ ਦਾ ਖੇਡ ਹੈ? ਸਾਡੇ ਪੂਰਵ ਜਨਮਾਂ ਦਾ ਖੇਡ ਹੈ। ਸਾਨੂੰ ਆਪਣੇ ਪੂਰਵ ਜਨਮਾਂ ਦੇ ਅਨੁਸਾਰ ਹੀ ਇਹਨਾਂ ਸੁੱਖ ਦੁੱਖ, ਅੱਛਾਈ ਭਲਾਈ ਮਿਲਦੀ ਰਹਿੰਦੀ ਹੈ। ਇਸੇ ਤਰ੍ਹਾਂ ਰਾਜਾ ਕੀ ਆਖਦਾ? ਪੱਤਰ ਫੁੱਲ ਨੇ ਬਰਸਦੇ, ਕਰਮ ਸੰਦੜਾ ਖੇਤ। ਕਿ ਜਿਹੜੇ ਪੱਥਰ ਹਨ ਇਹ ਵੀ ਫੁੱਲ ਬਰਸਦੇ ਹਨ। ਕਰਮਾ ਸੰਦੜਾ ਖੇਤ, ਇਹ ਸਾਰਾ ਖੇਲ ਕਰਮਾਂ ਦਾ ਹੈ। ਖੋਜਣ ਤੇ ਲੱਭ ਪਵੇਗਾ ਜੋ ਇਸ ਪਿੱਛੇ ਭੇਦ। ਰਾਜਾ ਸੈਨਾਪਤੀ ਨੂੰ ਆਖਦਾ ਹੈ ਕਿ ਅਸੀਂ ਖੋਜਾਂਗੇ ਤੇ ਸਾਨੂੰ ਪਤਾ ਲੱਗ ਜਾਵੇਗਾ ਕਿ ਇਸ ਪੱਥਰ ਨੂੰ ਮਾਰਨ ਪਿੱਛੇ ਇਸ ਦਾ ਭੇਦ ਕੀ ਹੈ। ਦੇਖਿਆ ਹੀ ਉਸ ਜਗ੍ਹਾ ਕੁਝ ਸਿਪਾਹੀਆਂ ਨਾਲ ਇੱਕ ਬੁੱਢੀ ਸੀ ਆ ਗਈ ਜੋ ਹਾਲੋ ਬੇਹਾਲ। ਦੇਖਦਿਆਂ ਉਸ ਜਗ੍ਹਾ 'ਤੇ ਕੁਝ ਸਿਪਾਹੀ ਇੱਕ ਬੁੱਢੀ ਮਾਈ ਨੂੰ ਫੜ ਕੇ ਲੈ ਆਏ ਜੋ ਹਾਲੋ ਬੇਹਾਲ, ਜਿਸ ਦਾ ਹਾਲ ਬਹੁਤ ਮੰਦਾ ਸੀ, ਜਿਸ ਦਾ ਹਾਲ ਬਹੁਤ ਬੁਰਾ ਸੀ। ਸਾਰੇ ਹੀ ਹੁਣ ਚੁੱਪ ਸਨ, ਸੋਚੀ ਡੁੱਬੇ ਰਹੇ। ਹੁਣ ਸਾਰੇ ਚੁੱਪ ਹੋ ਗਏ। ਉਸ ਦੀ ਮੰਦੀ ਬੁੱਢੀ ਦੀ ਹਾਲਤ ਨੂੰ ਵੇਖ ਕੇ ਸਾਰੇ ਲੋਕ ਚੁੱਪ ਹੋ ਗਏ, ਸੋਚੀ ਡੁੱਬ ਰਹੇ। ਸਾਰੇ ਸੋਚ ਵਿੱਚ ਡੁੱਬ ਰਹੇ ਹਨ। ਬੁੱਢੀ ਤੇ ਬਲਹੀਨ ਨੂੰ ਕੀ ਕੋਈ ਕੁਝ ਕਹੇ।
ਬਲਹੀਨ ਕੀ ਹੈ, ਕਮਜ਼ੋਰ, ਕਿ ਉਸ ਬਜ਼ੁਰਗ ਔਰਤ ਨੂੰ, ਬੁੱਢੀ ਨੂੰ ਅਤੇ ਕਮਜ਼ੋਰ ਔਰਤ ਨੂੰ ਕੋਈ ਕੁਛ ਕੀ ਕਹੇ। ਮਹਾਰਾਜੇ ਪਰ ਆਖਿਆ ਦਸ ਮਾਤਾ ਕੀ ਗੱਲ। ਪਰ ਮਹਾਰਾਜਾ ਰਣਜੀਤ ਸਿੰਘ ਨੇ ਬੜੇ ਦਿਆਲੂ ਹੋ ਕੇ ਨਰਮ ਭਾਵ ਨਾਲ ਆਖਿਆ ਕਿ ਮਾਤਾ ਤੂੰ ਦੱਸ ਕੀ ਗੱਲ ਹੈ, ਕਿਸ ਕਾਰਨ ਤੂੰ ਮਾਰਿਆ ਪੱਥਰ ਸਾਡੇ ਵੱਲ। ਮਹਾਰਾਜਾ ਰਣਜੀਤ ਸਿੰਘ ਨੇ ਬੜੇ ਦਿਆਲੂ ਦੇ ਨਾਲ ਉਸ ਬੁੜੀਆ ਨੂੰ ਆਖਿਆ, ਮਾਤਾ ਦੱਸ ਕੀ ਗੱਲ ਹੈ, ਤੂੰ ਕਿਸ ਕਾਰਨ ਸਾਨੂੰ ਪੱਥਰ ਮਾਰਿਆ ਹੈ। ਜਿਹੜਾ ਪੱਥਰ ਹੈ ਉਹ ਸਾਡੇ ਵੱਲ ਮਾਰਿਆ ਹੈ। ਮੇਰੇ ਪੋਤੇ ਪੋਤੀਆਂ 2 ਦਿਨ ਤੋਂ ਬੇਹਾਲ, ਇਹ ਗਰਾਹੀ ਜਿਨ੍ਹਾਂ ਨੂੰ ਮਿਲੇ ਨਾ ਕਿਤੋਂ ਰਵਾਲ। ਬੁੱਢੀ ਨੇ ਕੀ ਜਵਾਬ ਦਿੱਤਾ, ਮੇਰੇ ਪੋਤੇ ਪੋਤੀਆਂ ਕੌਣ, ਜਿਹੜੇ ਉਸਦੇ ਬੱਚੇ ਦੇ ਮੁੰਡੇ ਦੇ ਬੱਚੇ ਹਨ। ਬੁੱਢੀ ਨੇ ਕੀ ਜਵਾਬ ਦਿੱਤਾ, ਮੇਰੇ ਪੋਤੇ ਪੋਤੀਆਂ 2 ਦਿਨ ਤੋਂ ਬੇਹਾਲ ਹਨ। ਬੇਹਾਲ ਕੀ ਹੈ, ਉਹਨਾਂ ਦਾ ਬਹੁਤ ਬੁਰਾ ਹਾਲ ਹੈ। ਇੱਕ ਗਰਾਈ ਜਿਨ੍ਹਾਂ ਨੂੰ ਮਿਲੀ ਨਾ ਕਿਤੇ ਰਵਾਲ, ਕਿ ਉਹਨਾਂ ਨੂੰ ਇੱਕ ਰੋਟੀ ਦੀ ਗਰਾਈ ਵੀ, ਇੱਕ ਬੁਰਕੀ ਵੀ ਖਾਣ ਨੂੰ ਨਹੀਂ ਮਿਲੀ। ਅਰਥਾਤ ਉਸਦੇ ਬੱਚੇ, ਉਸਦੇ ਪੋਤੇ ਪੋਤੀਆਂ 2 ਦਿਨ ਤੋਂ ਭੁੱਖੇ ਹਨ ਅਤੇ ਉਹਨਾਂ ਦੀ ਭੁੱਖ ਦੇ ਨਾਲ ਬੁਰਾ ਹਾਲ ਹੈ। ਮੈਂ ਆਈ ਸੀ ਉਸ ਥਾਂ ਪੋਤੇ ਪੋਤੀਆਂ ਨਾਲ। ਬੁੱਢੀ ਮਾਈ ਨੇ ਕੀ ਕਿਹਾ, ਮੈਂ ਬੱਚਿਆਂ ਨੂੰ ਲੈ ਕੇ, ਆਪਣੇ ਪੋਤੇ ਪੋਤੀਆਂ ਨੂੰ ਲੈ ਕੇ ਉਸ ਥਾਂ ਆਈ ਪੋਤੇ ਪੋਤੀਆਂ ਨਾਲ, ਤਾਂ ਜੋ ਬੇਰੀ ਬੇਰ ਖਾਂ ਖੁਸ਼ ਹੋ ਜਾਵਨ ਬਾਲ। ਬੁੱਢੀ ਨੇ ਕੀ ਆਖਿਆ ਕਿ ਮੈਂ ਆਪਣੇ ਪੋਤੇ ਪੋਤੀਆਂ ਨੂੰ ਲੈ ਕੇ ਉਸ ਬੇਰੀ ਕੋਲ ਆਈ ਸਾਂ, ਉਸ ਥਾਂ ਆਈ ਸਾਂ ਕਿ ਜੇ ਬੇਰੀ ਦੇ ਬੇਰ ਖਾ ਕੇ ਮੇਰੇ ਜਿਹੜੇ ਬੱਚੇ ਹਨ ਉਹ ਖੁਸ਼ ਹੋ ਜਾਣ ਅਤੇ ਉਹਨਾਂ ਦੀ ਭੁੱਖ ਮਿਟ ਜਾਵੇ। ਮੈਂ ਪੱਥਰ ਹੈ ਮਾਰਿਆ ਜੜਨ ਬੇਰੀਆਂ ਬੇਰ। ਬੁੱਢੀ ਮਾਈ ਕੀ ਆਖਦੀ ਹੈ ਕਿ ਮੈਂ ਪੱਥਰ ਤਾਂ ਬੇਰੀ ਨੂੰ ਮਾਰਿਆ ਹੈ ਕਿ ਪੱਥਰ ਲੱਗਣ ਦੇ ਨਾਲ ਜਿਹੜੀ ਬੇਰੀ ਹੈ ਉਹ ਬੇਰ ਹੇਠਾਂ ਗਿਰ ਜਾਣ। ਨਾ ਸੀ ਮੈਂ ਇਹ ਜਾਣਿਆ ਲੈਣ ਇਹਨਾਂ ਮੈਨੂੰ ਘੇਰ। ਬੁੱਢੀ ਆਖਦੀ ਹੈ, ਬੁੱਢੀ ਮਾਈ ਕੀ ਆਖਦੀ ਹੈ, ਮੈਂ ਇਹ ਨਹੀਂ ਜਾਣਿਆ ਸੀ ਕਿ ਇਹ ਜਿਹੜੇ ਸੈਨਾਪਤੀ ਹਨ ਮੈਨੂੰ ਘੇਰ ਲੈਣਗੇ, ਮੈਨੂੰ ਪਕੜ ਲੈਣਗੇ। ਬੁੱਢੀ ਕੋਲੋਂ ਸੁਣਦਿਆ ਮਹਾਰਾਜੇ ਕਿਹਾ ਫੇਰ। ਬੁੱਢੀ ਦੀ ਦੁੱਖ ਭਰੀ ਕਹਾਣੀ ਸੁਣ ਕੇ ਰਾਜਾ ਦਾ ਜਿਹੜਾ ਦਿਲ ਸੀ ਉਹ ਭਰ ਆਇਆ। ਉਸਨੇ ਕਿਹਾ, ਬੁੱਢੀ ਕੋਲੋਂ ਸੁਣਦਿਆ ਮਹਾਰਾਜੇ ਕਿਹਾ ਫੇਰ। ਬੁੱਢੀ ਦੀ ਕਹਾਣੀ ਸੁਣ ਕੇ ਮਹਾਰਾਜਾ ਨੇ, ਰਣਜੀਤ ਸਿੰਘ ਨੇ ਕਿਹਾ, ਮੋਹਰਾ ਇਸ ਨੂੰ ਦੇ ਦਿਓ, ਕਰੋ ਨਾ ਬਹੁਤੀ ਦੇਰ। ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਸੈਨਾਪਤੀ ਨੂੰ ਕੀ ਕਿਹਾ, ਇਸ ਨੂੰ ਮੋਹਰਾ ਦੇ ਦਿਓ। ਮੋਹਰਾ ਕੀ ਹੁੰਦੀ ਹਨ, ਧਨ ਦੌਲਤ, ਜੇਵਰਾਤ। ਇਸ ਨੂੰ ਧਨ ਦੌਲਤ, ਇਸ ਨੂੰ ਪੈਸਾ ਦੇ ਦਿਓ। ਕਰੋ ਨਾ ਬਹੁਤੀ ਦੇਰ, ਜਾਂ ਦੇਰ ਨਾ ਕਰੋ ਅਤੇ ਇਸ ਨੂੰ ਮੋਹਰਾ ਦੇ ਦਿਓ, ਇਸ ਨੂੰ ਧਨ ਦੌਲਤ ਦੇ ਦਿਓ। ਹੱਥ ਜੋੜ ਕਿਸੇ ਆਖਿਆ, ਕਰੋ ਸਾਨੂੰ ਮਾਫ, ਪੱਥਰਾਂ ਨੂੰ ਮੋਹਰਾ ਮਿਲਣ ਇਹ ਕਾਹਦਾ ਇਨਸਾਫ। ਹੱਥ ਜੋੜ, ਇੱਕ ਮਨੁੱਖ ਨੇ ਹੱਥ ਜੋੜ ਕੇ ਆਇਆ, ਕਰੋ ਸਾਨੂੰ ਮਾਫ। ਉਸਨੇ ਕੀ ਕਿਹਾ, ਸਾਨੂੰ ਮਾਫ ਕਰ ਦਿਓ। ਹੁਣ ਬੁੱਢੀ ਨੇ ਅਗਰ ਮਹਾਰਾਜਾ ਰਣਜੀਤ ਸਿੰਘ ਨੂੰ ਪੱਥਰ ਮਾਰਿਆ ਅਤੇ ਬੁੱਢੀ ਘਬਰਾ ਗਈ ਕਿ ਮੇਰਾ ਜਿਹੜਾ ਪੱਥਰ ਹੈ ਕਿਸ ਨੂੰ ਲੱਗਿਆ, ਮਹਾਰਾਜਾ ਰਣਜੀਤ ਸਿੰਘ। ਅਤੇ ਉਸਨੇ ਕੀ ਕਿਹਾ, ਹੱਥ ਜੋੜ ਕੇ ਬੁੱਢੀ ਨੇ ਕਿਹਾ, ਕਰੋ ਸਾਨੂੰ ਮਾਫ, ਸਾਨੂੰ ਇਸ ਗਲਤੀ ਦੇ ਲਈ ਮਾਫ ਕਰ ਦਿਓ। ਪੱਥਰਾਂ ਨੂੰ ਮੋਹਰਾ ਮਿਲਣ ਇਹ ਕਾਹਦਾ ਇਨਸਾਫ, ਕਿ ਪੱਥਰ ਮਾਰਨ ਵਾਲੇ ਨੂੰ ਧਨ ਦੌਲਤ ਮਿਲੇ, ਮੋਹਰਾ ਮਿਲੇ, ਇਹ ਕਿਸ ਪ੍ਰਕਾਰ ਦਾ ਇਨਸਾਫ ਹੈ, ਨਿਆਂ ਹੈ। ਇਹ ਕਿਵੇਂ ਦਾ ਨਿਆਂ ਹੈ ਕਿ ਪੱਥਰ ਮਾਰਨ ਵਾਲੇ ਨੂੰ ਮੋਹਰਾ ਮਿਲਣ, ਇਹ ਤਾਂ ਕੋਈ ਇਨਸਾਫ ਨਹੀਂ ਹੋਇਆ। ਬੇਰੀ ਪੱਥਰ ਖਾਂਦੀ ਫਿਰ ਵੀ ਦਿੰਦੀ ਬੇਰ। ਫਿਰ ਮਹਾਰਾਜਾ ਰਣਜੀਤ ਸਿੰਘ ਨੇ ਬੁੱਢੀ ਨੂੰ ਕੀ ਉੱਤਰ ਦਿੱਤਾ, ਬੇਰੀ ਪੱਥਰ ਖਾਂਦੀ, ਕਿ ਬੇਰੀ ਪੱਥਰ ਖਾ ਕੇ ਕੀ ਦਿੰਦੀ ਹੈ, ਬੇਰ ਦਿੰਦੀ ਹੈ। ਮੈਂ ਆਖਿਰ ਮਹਾਰਾਜਾ ਕਿਉਂ ਨਾ ਦੇਵਾਂ ਢੇਰ। ਫਿਰ ਮਹਾਰਾਜਾ ਰਣਜੀਤ ਨੇ ਕਿਹਾ ਕਿ ਜੇਕਰ ਬੇਰੀ
पत्थर खा के सानू खाण लई बेर देंदी है ते मैं महाराजा हो के क्यों ना दवां तुहानू ढेर, ते मैं महाराजा हो के क्यों ना दवां। ना कोई विलके भुख नाल जद तक मेरा देश विलके की रोवे। महाराजा रंजीत ने सिंह ने की किया, जदों तक मेरा राज है, मैं महाराजा हाँ, उस समय तक कोई भी मेरे राज दे नाल भुख दे नाल ना रोवे। विलके की होंदा रोवे, कि मेरे राज विच कोई भी भुख दे नाल ना रोवे। गऊ गरीब दी रखिया करना मेरा काज। महाराजा रंजीत ने सिंह किया, गऊ दी अते गरीब लोकां दी रखिया करना, उन्हां दी सुरक्षा करना, उन्हां दा पालन पोषण करना मेरा कम है, मेरा कार मेरा कर्म है। महाराजा रंजीत ने सिंह ने की किया, अगर बेरी पत्थर खा के भी बेर देंदी है, फिर मैं महाराजा हो के क्यों ना दवां। कोई भी मेरे राज विच, जदों तक मैं राजा हाँ, मेरे राज विच कोई भी भुख दे नाल ना विलखे। गऊ अते गरीब दी सेवा करना ही मेरा कर्म है। महाराजा दे बचन सुन मिट गई हाहाकार। ਜਿਹੜੇ ਚਾਰੇ ਪਾਸੇ ਹਾਹਾਕਾਰ ਹੋ ਰਹੀ ਸੀ ਕਿ ਬੁੱਢੀ ਨੂੰ ਮੋਹਰਾਂ ਦੇ ਦਿੱਤੀਆਂ, ਜਦੋਂ ਮਹਾਰਾਜੇ ਨੇ ਇਹ ਸ਼ਬਦ ਆਖੇ, ਮਹਾਰਾਜੇ ਦੇ ਬਚਨ ਸੁਣ ਕੇ, ਮਹਾਰਾਜੇ ਦੇ ਵਚਨ ਸੁਣ ਕੇ ਮਿਟ ਗਈ ਹਾਹਾਕਾਰ। ਜਿਹੜੀ ਚਾਰੇ ਪਾਸੇ ਹਾਲ ਦਵਾਈ ਪਈ ਹੋਈ ਸੀ ਉਹ ਖਤਮ ਹੋ ਗਈ। ਸਭ ਪਾਸੇ ਸੀ ਹੋ ਗਈ ਪਲ ਵਿੱਚ ਜੈ ਜੈਕਾਰ, ਤੇ ਹਰ ਪਾਸੇ ਕੀ ਹੋ ਰਹੀ ਸੀ, ਰਾਜੇ ਦੀ ਜੈ ਜੈਕਾਰ ਹੋ ਰਹੀ ਸੀ। महाराजा रंजीत सिंह जिंदाबाद, महाराजा रंजीत सिंह दी जय होए। ये हर पासे चारे पासे महाराजा रंजीत सिंह दी जय जयकार हो रही सी। समझ आ गई तुहानू बच्चों महाराजा रंजीत सिंह दी दयालु भरी कहानी, कि महाराजा रंजीत सिंह किन्ने दयालु हैं। ये सी बच्चों ये दयालु राजा दी कहानी। इस कविता का बच्चों तुसी की लिखना है, सार। की लिखना है, सार। अज असी महाराजा रंजीत सिंह कविता का तुसी सारे बच्चे अपनी नोटबुक विच सार लिखोगे। इस दे नाल बच्चों महाराजा रंजीत सिंह के जीवन के बारे एक होर भी कहानी है बच्चों, कि एक बारी की होया, जदों महाराजा रंजीत सिंह पंजाब विच राज करते सन ते उन्हां दे राज विच अकाल पै गया। अकाल पै गया, अकाल की हुंदा है, कई साल तक अकाल पै गया, लोगों नूं खाण वास्ते अन्न नहीं सी, कुछ भी नहीं सी, लोग भुख नाल मरन लगे। जदों महाराजा रंजीत सिंह ने अपनी प्रजा का यह हाल वेख्या तो महाराजा रंजीत सिंह ने की किया, अपने दरबारी नूं किया कि जिहड़े राज दरबार का अनाज भंडार है उसका खोल दिता जाए। उन्होंने सारे शहर विच निडोरा पिटवा दिता कि महाराज का जिहड़ा अनाज सरकारी अनाज भंडार है वो खुला है, जिसनूं जिन्ना चाहिए है वो लै आके लै जान, लोग जान ते दरबार जाके अनाज लै आवन। एक बुढ़ा जिहड़ा बड़ा कमज़ोर सी अपने पोते दे नाल वो भी अनाज लैन लई गया। उसने अपनी चादर विछाई, अपनी चादर विच अपने झोले विच अनाज पा लिया। उसका पोता छोटा सी ते बुढ़ा बड़ा कमज़ोर सी, ते उस कोलों जिहड़ी पंड सी वो चुकी नहीं जा रही सी, अनाज की जिहड़ी बोरी सी वो चुकी नहीं जा रही सी। वो जिहड़ा बुढ़ा सी उसने पंड भर ली, पंड भर के वो चलने लग्या, पर उसको वो अनाज की बोरी चुकी नहीं जा रही। वो सोच रहा है कि ये मेरी पंड कौन चुकेगा। उसी समय कोई मनुख आया उसके कोल ते उसके मोढे ते हथ रख के उसनूं आखदा है, बाबा की गल। उसने कहा, बेटा मेरे को ये जिहड़ी पंड है ये चुकी नहीं राजे। उसने कहा, कोई गल नहीं, ये पंड तुहाडी मैं चुक लैना हाँ, तुसीं मेरे अगे अगे चलो तो मैं तुहाडे घर छोड़ आना। उस मनुख ने वो पंड चुक ली ते अपने मोढे ते रख ली। अगे अगे वो बुढ़ा ते पोता तुर रहे हैं ते पिछे पिछे वो मनुख तुर रहा है। तो उसके घर जाके उसकी पंड की जिहड़ी अनाज की
ਬੋਰੀ ਹੈ ਉਸ ਨੂੰ ਰੱਖ ਦਿੰਦੇ ਹਨ। ਜਦੋਂ ਉਹ ਜਾਣ ਲੱਗਦਾ ਹੈ ਤੇ ਜਿਹੜਾ ਬੁੱਢਾ ਹੈ ਉਸ ਨੂੰ ਆਖਦਾ ਹੈ ਕਿ ਤੂੰ ਮੈਨੂੰ ਦੱਸ ਤੇਰਾ ਨਾਂ ਕੀ ਹੈ, ਤੂੰ ਕੋਈ ਸਧਾਰਨ ਮਨੁੱਖ ਨਹੀਂ ਹੋ ਸਕਦਾ। ਤੇ ਜਦੋਂ ਉਸ ਬੁੱਢੇ ਨੇ ਬਾਰ-ਬਾਰ ਪੁੱਛਿਆ ਕਿ ਤੁਹਾਡਾ ਕੀ ਨਾਂ ਹੈ ਤੇ ਉਸ ਮਨੁੱਖ ਨੇ ਕੀ ਨਾਂ ਦੱਸਿਆ ਕਿ ਮੇਰਾ ਨਾਮ ਮਹਾਰਾਜਾ ਰਣਜੀਤ ਸਿੰਘ ਹੈ। ਉਸਨੇ ਕੀ ਦੱਸਿਆ, ਮੇਰਾ ਨਾਮ ਮਹਾਰਾਜਾ ਰਣਜੀਤ ਸਿੰਘ ਦਾ ਹੈ ਤੇ ਮੈਂ ਪ੍ਰਜਾ ਦਾ ਕੀ ਹਾਂ, ਸੇਵਕ ਹਾਂ ਤੇ ਮੈਂ ਆਪਣੀ ਪ੍ਰਜਾ ਦੇ ਲਈ ਹਮੇਸ਼ਾ ਸੇਵਾ ਕਰਨ ਲਈ ਤਿਆਰ ਹਾਂ। ਤੇ ਜਦੋਂ ਉਸ ਬੁੱਢੇ ਨੇ ਇਹ ਸੁਣਿਆ ਤੇ ਉਹ ਉਸਦੇ ਚਰਨਾਂ ਵਿੱਚ ਡਿੱਗਿਆ ਕਿ ਇੱਕ ਮਹਾਰਾਜਾ ਮੇਰੇ ਘਰ ਨਾ ਛੱਡਣ ਆਇਆ ਹੈ ਤੇ ਉਹ ਮਾਫੀ ਮੰਗਦਾ ਹੈ। ਤੇ ਉਹ ਕਹਿੰਦਾ, ਨਹੀਂ ਬਾਬਾ, ਤੂੰ ਮੇਰੇ ਕੋਲ ਮਾਫੀ ਨਾ ਮੰਗ, ਮੈਂ ਤੇ ਪ੍ਰਜਾ ਦਾ ਸੇਵਕ ਹਾਂ, ਪ੍ਰਜਾ ਦੀ ਭਲਾਈ ਦੇ ਲਈ ਮੈਂ ਹਮੇਸ਼ਾ ਤਿਆਰ ਹਾਂ। ਤੇ ਉਹ ਬੁੱਢਾ ਮਹਾਰਾਜਾ ਰਣਜੀਤ ਸਿੰਘ ਨੂੰ ਆਸ਼ੀਸ਼ ਦਿੰਦਾ ਹੈ ਕਿ ਜਿਹੜਾ ਤੁਹਾਡਾ ਰਾਜ ਹੈ ਉਹ ਯੁਗਾਂ ਤੱਕ ਬਣਿਆ ਰਹੇ ਤੇ ਤੁਹਾਡੀ ਸਦਾ ਜੈ ਜੈਕਾਰ ਹੁੰਦੀ ਰਹੇ। ਇਹ ਬੱਚੋ ਮਹਾਰਾਜਾ ਰਣਜੀਤ ਸਿੰਘ ਦੇ ਜੀਵਨ ਤੋਂ ਸੰਬੰਧਿਤ ਦੂਜੀ ਕਹਾਣੀ ਸੀ। ਇਸ ਕਹਾਣੀ ਤੋਂ ਬੱਚੋ ਤੁਹਾਨੂੰ ਵੀ ਸਿੱਖ ਲੈਣੀ ਚਾਹੀਦੀ ਹੈ, ਤੁਹਾਨੂੰ ਵੀ ਦਿਆਲੂ ਬਣਨਾ ਚਾਹੀਦਾ ਹੈ, ਆਪਣੀ ਗਰੀਬਾਂ ਦੀ, ਬੇਸਹਾਰੇ ਲੋਕਾਂ ਦੀ ਮਦਦ ਕਰਨੀ ਚਾਹੀਦੀ ਹੈ, ਦਿਆਲੂ ਬਣ ਕੇ ਦੂਜਿਆਂ ਦੇ ਕੰਮ ਆਉਣਾ ਚਾਹੀਦਾ ਹੈ। ਤੁਹਾਡੇ ਮਨ ਵਿੱਚ ਵੀ ਦੂਜਿਆਂ ਦੇ ਪ੍ਰਤੀ ਸੇਵਾ ਦੀ ਭਾਵਨਾ ਹੋਣੀ ਚਾਹੀਦੀ। ਠੀਕ ਹੈ ਬੱਚੋ, ਇਹ ਕਹਾਣੀ, ਇਹ ਕਵਿਤਾ ਦਿਆਲੂ ਰਾਜਾ ਦੀ ਕਵਿਤਾ ਦਾ ਸਾਰ ਤੁਹਾਨੂੰ ਸਾਰੇ ਬੱਚਿਆਂ ਨੂੰ ਚੰਗੀ ਤਰ੍ਹਾਂ ਸਮਝ ਆ ਗਿਆ।